ਜਿਹੜੀ ਅਕਾਲੀ ਦਲ ਹੈ ਇਹ ਉਹ ਪੁਰਾਣਾ 1920 ਵਾਲਾ ਅਕਾਲੀ ਦਲ ਨਹੀਂ ਰਿਹਾ। ਇਹ 2020 ਦਾ ਅਕਾਲੀ ਦਲ ਬਿਲਕੁਲ ਅੰਦਰੋਂ ਉਹ ਖੋਖਲਾ ਹੋ ਚੁੱਕਿਆ। ਸੁਖਬੀਰ ਬਾਦਲ ਜੀ ਪੋਲਿਟਿਕਸ ਖੇਡਦੇ ਆ ਬਹੁਤ ਤਕੜੀ। ਮੈਨੂੰ ਸੁਖਬੀਰ ਬਾਦਲ ਜੀ ਨੇ 6 ਸਾਲ ਪਹਿਲਾਂ ਐਕਸਪੈਲ ਕਰਤਾ ਸੀ। 6 ਸਾਲ ਦਾ ਟਾਈਮ ਲਿਆ ਤੇ ਉਸ ਤੋਂ ਬਾਅਦ ਮੈਂ ਭਾਜਪਾ ਚ ਆਈ। ਹੁਣ ਕਿਸ ਗੱਲ ਦੀ ਤਕਲੀਫ ਹੈ? ਮਹਾਲੀ ਵਿੱਚ 26 ਸੀਟਾਂ ਚਾਹੀਦੀਆਂ ਸੀ। ਮੇਰੇ ਫਾਦਰ ਨੇ ਬਿਜ਼ੀ ਕਰਤਾ ਦਿੱਲੀ ਗੁਰਦੁਆਰਾ ਚੋਣਾਂ 'ਚ, ਮੈਂ ਇਕੱਲੀ ਰਹਿ ਗਈ। ਉਹਨਾਂ ਨੇ ਸੋਚਿਆ ਕੁੜੀ ਤੋਂ ਹੋਣਾ ਕੁਛ ਨਹੀਂ, ਮੈਂ ਉਹਦੇ ਬਾਵਜੂਦ ਵੀ 23 ਸੀਟਾਂ ਜਿੱਤਤੀਆਂ। ਮਹਾਲੀ ਤੋਂ ਚੋਣ ਲੜੂੰਗੀ। ਮੇਰਾ ਘਰ ਆਪਦੇ ਬਿਜ਼ਨਸ ਤੋਂ ਚੱਲਦਾ, ਪੋਲਿਟਿਕਸ ਤੋਂ ਨਹੀਂ ਚੱਲਦਾ। ਪੋਲਿਟਿਕਸ ਮੇਰੇ ਘਰੋਂ ਚੱਲਦੀ ਹੈ। ਮੈਂ ਪੋਲਿਟਿਕਸ ਦੇ ਸਹਾਰੇ ਨਹੀਂ ਹੈ, ਮੇਰੀ ਰੋਟੀ ਪੋਲਿਟਿਕਸ ਦੇ ਸਹਾਰੇ ਨਹੀਂ ਹੈ। ਜਦੋਂ ਬੇਟੀ ਵਿਆਹੀ ਜਾਂਦੀ ਹੈ ਉਹਦਾ ਘਰ ਸਹੁਰੇ ਘਰ ਬਣ ਜਾਂਦਾ, ਉਹਦੀ ਰਹਿ ਮਸ਼ਵਰਾ ਉੱਥੇ ਹੁੰਦਾ। ਪਰ ਉੱਥੇ ਗੱਲ ਇੱਕ ਹੋਰ ਨਿਕਲ ਕੇ ਆਈ ਕਿ ਤੁਹਾਡੇ ਜਿਹੜੀ ਸਹੁਰਾ ਪਰਿਵਾਰ ਆ ਉਹ ਬਿਜ਼ਨਸ ਨਾਲ ਜੁੜਿਆ ਹੋਇਆ। ਸ਼ਾਇਦ ਭਾਜਪਾ ਤੋਂ ਕੋਈ ਲਾਹਾ ਮਿਲਦਾ ਹੋਵੇ, ਤੁਸੀਂ ਪਾਰਟੀ ਇਸ ਕਰਕੇ ਜੁਆਇਨ ਕੀਤੀ। ਤੁਸੀਂ ਸੰਵਾਦ ਦੀ ਗੱਲ ਕਰਦੇ ਹੋ। ਕਿਸਾਨ ਕਹਿ ਰਹੇ ਨੇ ਸਾਨੂੰ 11 ਵਾਰੀ ਮੀਟਿੰਗ ਨਹੀਂ ਬੁਲਾਇਆ, ਸਾਡੀ ਗੱਲ ਨਹੀਂ ਸੁਣੀ। ਪਾਰਟੀ ਕਹਿ ਰਹੀ ਹੈ ਅਸੀਂ ਸੌਦਾ ਕਰਨ ਨੂੰ ਤਿਆਰ ਹਾਂ। ਇਹ ਫਿਰ ਜਿੱਦ ਕਿਸ ਦੀ ਹੈ? ਹੁਣ ਇਹ ਤਾਂ ਜੀ ਜਿਹੜੇ ਉੱਥੇ ਗਏ ਆ ਤੇ ਉੱਥੇ ਬੈਠੇ ਉਹੀ ਦੱਸ ਸਕਦੇ। ਮੈਂ ਉੱਥੇ ਹਾਂ ਨਹੀਂ। ਤੁਸੀਂ ਪਾਰਟੀ ਵੱਲੋਂ ਦੱਸੋ ਜਿੱਦ ਕੀ ਦੀ? ਝੰਡਾ ਚੁੱਕ ਕੇ ਕਰਾਊਡ ਦੇ ਵਿੱਚ ਇੱਕ ਬੰਦਾ ਹੋਰ ਬਣ ਜਾਣਾ ਸੀ। ਅਸੀਂ ਭਾਜਪਾ ਨੂੰ ਜੁਆਇਨ ਕਰਕੇ ਉਹਨਾਂ ਦੀ ਮਦਦ ਕਰ ਸਕਦੇ। ਸਕਾਈ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ ਆਰ ਐਸ ਲਿਪਰੇਟ। ਚੋਣਾਂ ਦੇ ਨੇੜੇ ਆ ਰਹੇ ਨੇ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਇਸ ਟਾਈਮ ਵਿਸ਼ਵ ਦੇ ਲੋਕਾਂ ਦੀ ਨਜ਼ਰ 'ਤੇ ਨੇ। ਨੈਸ਼ਨਲ ਜਿਹੜਾ ਇਸ਼ੂ ਕਿਸਾਨ ਦਾ ਉੱਠਿਆ ਹੋਇਆ ਉਹਦੇ ਕਰਕੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ। ਪਰ ਇੱਕ ਪੰਜਾਬ ਦੀਆਂ ਚੋਣਾਂ ਨੂੰ ਬਹੁਤ ਹੀ ਸੰਜੀਦਗੀ ਨਾਲ, ਬਹੁਤ ਹੀ ਗੰਭੀਰਤਾ ਨਾਲ ਲੋਕ ਦੇਖ ਰਹੇ ਨੇ। ਪੰਜਾਬ ਦੇ ਲੋਕ ਹੀ ਨਹੀਂ, ਪੂਰੇ ਦੇਸ਼ ਦੇ ਲੋਕ ਹੀ, ਕਿਉਂਕਿ ਇੱਥੋਂ ਦੇ ਇਹ ਅੰਦੋਲਨ ਨੂੰ ਸ਼ੁਰੂਆਤ ਕਰਨ ਦੀ ਸਿਹਰਾ ਪੰਜਾਬੀਆਂ ਨੂੰ ਜਾਂਦਾ ਹੈ। ਆਪਾਂ ਇਹੋ ਜਿਹੀਆਂ ਗੱਲਾਂ ਕਰਨ ਦੇ ਨਾਲ ਇੱਕ ਹੋਰ ਗੱਲਾਂ ਵੀ ਕਰਾਂਗੇ। ਪੰਜਾਬ ਦੀ ਸਿਆਸਤ ਦੇ ਵਿੱਚ ਇਹ ਹੈ ਕਿ ਭਾਜਪਾ ਦਾ ਬਹੁਤ ਵੱਡਾ ਵਿਰੋਧ ਹੋ ਰਿਹਾ ਹੈ। ਸ਼ਾਇਦ ਇਹ ਪਾਰਟੀ ਪੰਜਾਬ ਦੇ ਵਿੱਚ ਆਉਣ ਵਾਲੀਆਂ ਚੋਣਾਂ ਦੇ ਵਿੱਚ ਦਬ ਕੇ ਰਹਿ ਜਾਏਗੀ, ਪਰ ਐਸਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਪ੍ਰਤੀ ਦਿਨ ਨਵੀਆਂ ਗਤੀਵਿਧੀਆਂ ਹੋ ਰਹੀਆਂ ਨੇ। ਇੱਕ ਨਵੀਂ ਗਤੀਵਿਧੀ ਹੋਈ ਪਿਛਲੇ ਦਿਨ ਕਿ ਪੰਜਾਬ ਦੀ ਸਿਆਸਤ ਦੇ ਯਾਨੀ ਸਿਆਸਤ ਤੇ ਸਿਹਤ ਨਾਲ ਜੁੜੇ ਪਰਿਵਾਰ ਦੇ ਵਿੱਚੋਂ ਰਾਮੂਵਾਲੀਆ ਫੈਮਿਲੀ ਵਿੱਚੋਂ ਬੀਬੀ ਅਮਨਜੋਤ ਕੌਰ ਦਿੱਲੀ ਵਿੱਚ ਜਾ ਕੇ ਭਾਜਪਾ ਜੁਆਇਨ ਕਰਦੇ। ਉਹਨਾਂ ਨਾਲ ਇਹੀ ਨਹੀਂ, ਹੋਰ ਵੀ ਆਗੂ ਜੁਆਇਨ ਕਰਦੇ ਨੇ। ਉਹਨਾਂ ਕਾਰਨਾਂ ਪ੍ਰਤੀ ਆਪਾਂ ਜਾਣਦੇ ਹਾਂ ਕਿ ਬੀਬੀ ਅਮਨਜੋਤ ਨੇ ਆਪਣੀ ਅਕਾਲੀ ਦਲ ਪਾਰਟੀ ਨੂੰ ਛੱਡ ਕੇ ਭਾਜਪਾ ਹੀ ਕਿਉਂ ਜੁਆਇਨ ਕੀਤੀ ਜਦੋਂ ਕਿ ਇੰਨਾ ਵਿਰੋਧ ਹੈ। ਬੀਬੀ ਅਮਨਜੋਤ ਜੀ ਰਾਮੂਵਾਲੀਆ ਸਾਡੇ ਨਾਲ ਨੇ। ਦਰਸ਼ਕਾਂ ਵਿੱਚ ਵਕਫਾ ਨਾ ਬਣਦੇ ਹੋ, ਮੈਂ ਸਿੱਧਾ ਬੀਬੀ ਰਾਮੂਵਾਲੀਆ ਕੋਲ ਜਾਵਾਂਗਾ। ਬੀਬੀ ਅਮਨਜੋਤ ਜੀ, ਤੁਹਾਡਾ ਸਕਾਈ ਨਿਊਜ਼ ਪੰਜਾਬ 'ਤੇ ਸਵਾਗਤ ਹੈ। ਥੈਂਕ ਯੂ। ਪੰਜਾਬ ਹੀ ਕੀ ਪੂਰੇ ਦੇਸ਼ ਦੇ ਵਿੱਚ ਭਾਜਪਾ ਦਾ ਵਿਰੋਧ ਹੈ। ਤੁਸੀਂ ਇਸ ਸਿਆਸਤ ਦੇ ਵਿੱਚ ਮੰਨੇ ਜਾਣ ਵਾਲੇ ਬੜੇ ਔਖੇ ਸਮੇਂ ਵਿੱਚ ਖੇਤਰੀ ਪਾਰਟੀ ਨੂੰ ਛੱਡ ਕੇ, ਜਿਹਦਾ ਪੰਜਾਬ 'ਚ ਕਾਫੀ ਰਾਜ ਰਿਹਾ ਹੈ ਅਤੇ ਤੁਸੀਂ ਉਹ 'ਚ ਵੀ ਕਾਫੀ ਸਮਾਂ ਸੇਵਾਵਾਂ ਦਿੱਤੀਆਂ ਨੇ, ਭਾਜਪਾ ਜੁਆਇਨ ਕਿਉਂ ਕੀਤੀ? ਪਹਿਲੀ ਗੱਲ ਤਾਂ ਮੈਂ ਕਹਿਣਾ ਚਾਹੁੰਦੀ ਹਾਂ ਕਿ ਇਹ ਸਮਾਂ ਹੀ ਸਭ ਤੋਂ ਬੈਸਟ ਸਮਾਂ ਸੀ, ਕਿਉਂਕਿ ਇਸ ਵਕਤ ਇੱਕ ਪਾਸੇ ਸਾਡੇ ਭਰਾ ਸੜਕਾਂ 'ਤੇ ਖੜ੍ਹੇ ਔਰ ਮੈਂ ਕਾਫੀ ਸਮੇਂ ਤੋਂ, ਲੰਬੇ ਸਮੇਂ ਤੋਂ ਸੋਚ ਰਹੀ ਸੀ ਕਿ ਮੈਂ ਇਹਨਾਂ ਦੀ ਮਦਦ ਕਿਵੇਂ ਕਰਾਂ ਜੀ, ਜਦੋਂ ਤੋਂ ਖੜ੍ਹੇ ਆ ਪਿਛਲੇ ਸਾਲ ਤੋਂ। ਔਰ ਇਸੇ ਕਰਕੇ ਫਿਰ ਆਖਰ ਦੇ ਵਿੱਚ ਮੈਂ ਤੇ ਮੇਰੇ ਪਤੀ ਨੇ ਇਹ ਗੱਲ ਸੋਚੀ ਕਿ ਅਸੀਂ ਭਾਜਪਾ ਨੂੰ ਜੁਆਇਨ ਕਰਕੇ ਉਹਨਾਂ ਦੀ ਮਦਦ ਕਰ ਸਕਦੇ, ਕਿਉਂਕਿ ਝੰਡਾ ਚੁੱਕ ਕੇ ਕਰਾਊਡ ਦੇ ਵਿੱਚ ਇੱਕ ਬੰਦਾ ਹੋਰ ਬਣ ਜਾਣਾ ਸੀ ਮੈਂ ਜੀ। ਪਰ ਅੱਜ ਮੈਂ ਬਾਹਰ ਖੜ੍ਹ ਕੇ ਉਹਨਾਂ ਦੀ ਆਪਦੇ, ਦੇਖੋ ਮੈਂ ਪਿਛਲੇ ਦਿਨੀ 2 ਅਗਸਤ ਨੂੰ ਮੈਂ ਪਾਰਟੀ ਜੁਆਇਨ ਕੀਤੀ ਜੀ। ਔਰ ਮੈਂ 8-9 ਦਿਨਾਂ ਬਾਅਦ ਮੈਂ ਐਗਰੀਕਲਚਰ ਮਿਨਿਸਟਰ ਨੂੰ ਜਾ ਕੇ ਮੁਲਾਕਾਤ ਵੀ ਕਰਾਈ ਜੀ। ਔਰ ਇਹ ਥੋੜ੍ਹੇ ਜਿਹੇ ਦਿਨ ਵੀ ਤਾਂ ਪੈ ਗਏ ਕਿਉਂਕਿ ਸੈਸ਼ਨ ਚੱਲ ਰਿਹਾ ਸੀਗਾ ਤਾਂ ਮੰਤਰੀ ਸਾਹਿਬ ਥੋੜ੍ਹੇ ਜ਼ਿਆਦਾ ਬਿਜ਼ੀ ਸੀ ਔਰ ਉਹਨਾਂ ਨੇ ਮੈਨੂੰ ਪੂਰਾ ਵਧੀਆ ਟਾਈਮ ਦਿੱਤਾ, ਚੰਗਾ ਟਾਈਮ ਦਿੱਤਾ ਔਰ ਲੰਬੀ ਡਿਸਕਸ਼ਨ ਹੋਈ। ਤਾਂ ਮੈਂ ਕਿਸਾਨਾਂ ਉੱਤੇ ਹੀ ਡਿਸਕਸ਼ਨ ਕੀਤੀ ਕਿ ਸਾਡੇ ਭਰਾ ਸੜਕ 'ਤੇ ਬੈਠੇ ਆ, ਉਹਨਾਂ ਆਪਣੇ ਆਪਣੇ ਘਰ ਹੀ ਜਾਣ, ਆਪਦੇ ਬੱਚਿਆਂ ਨੂੰ ਸਾਂਭਣ ਜਾ ਕੇ। ਮੈਨੂੰ ਵੀ ਪਤਾ। ਔਰ ਇਸ ਤੋਂ ਪਹਿਲਾਂ ਮੈਂ ਭਾਜਪਾ ਤੋਂ ਜਾਣ ਤੋਂ ਪਹਿਲਾਂ ਮੈਂ ਕਾਫੀ ਜਗ੍ਹਾ ਫੋਨ ਕੀਤੇ ਆਪਦੇ ਲੋਕਾਂ ਨੂੰ, ਸਾਡੇ ਜੁੜੇ ਜਿਹੜੇ ਉਹਨਾਂ ਨੂੰ ਪੁੱਛਿਆ ਵੀ ਕਿ ਮੈਨੂੰ ਇਹ ਮਹਿਸੂਸ ਹੋਇਆ ਕਿ ਜਿਹੜੇ ਲੋਕ ਆ
ਉਹ ਕਿਤੇ ਨਾ ਕਿਤੇ ਐਡੇ ਲੰਬੇ ਸੰਘਰਸ਼ ਤੋਂ ਵੀ ਥੱਕ ਚੁੱਕੇ ਆ। ਜੀ ਇਹ ਨੈਚੁਰਲ ਆ ਕਿ ਇੰਨਾ ਲੰਬਾ ਸੰਘਰਸ਼ ਕਰਦੇ ਬੰਦੇ ਥੱਕ ਜਾਂਦੇ। ਔਰ ਹੁਣ ਲੋਕ ਸਭ ਸਮਝੌਤੇ ਵੱਲ ਨੂੰ ਨਜ਼ਰ ਆਏ। ਔਰ ਮੈਂ ਸਮਝਦੀ ਹਾਂ ਕਿ ਵਾਹਿਗੁਰੂ ਨੇ ਮੈਨੂੰ ਅਕਲ ਬੁੱਧੀ ਸਮੱਤ ਬਖਸ਼ੀ ਆ ਕਿ ਮੈਂ ਭਾਜਪਾ ਜੁਆਇਨ ਕਰਕੇ ਆਪਦੇ ਲੋਕਾਂ ਦੀ ਮਦਦ ਕਰ ਸਕਦੀ ਹਾਂ। ਦੂਜੀ ਗੱਲ ਇਹ ਆ ਕਿ ਮੈਂ ਭਾਰਤੀ ਜਨਤਾ ਪਾਰਟੀ ਦੀ ਆਈਡੀਓਲੋਜੀ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ। ਤੁਸੀਂ 84 ਸ਼ਾਇਦ ਦੇਖੀ ਹੋਵੇ, ਅਸੀਂ ਦੇਖੀ ਹੈ ਕਿ 84 ਦੇ ਵਿੱਚ ਜਦੋਂ ਕਾਂਗਰਸ ਨੇ ਸਿੱਖ ਧਰਮ ਦੇ ਨਾਲ ਪੂਰੀ ਜਦੋਜਹਿਦ ਦੇ ਵਿੱਚ ਪਹਿਲਾਂ ਗੋਲਡਨ ਟੈਂਪਲ ਸਾਹਿਬ ਨੂੰ ਨੁਕਸਾਨ ਦਿਵਾਇਆ। ਉੱਥੇ ਮੇਰੇ ਪਿਤਾ ਵੀ ਸਨ, ਹੀ ਵਾਜ਼ ਇਨਸਾਈਡ। ਹਾਂ, ਉਸ ਘਟਨਾ 'ਚ ਉਦੋਂ ਸੀਗੇ ਨਾਲ। ਹਾਂ, ਔਰ ਉਹਨਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਵੀ ਬਚਾਏ ਉੱਥੋਂ। ਔਰ ਫਿਰ ਉਹਨਾਂ ਨੇ ਅਸੀਂ ਉਹ ਦੁੱਖ ਵੀ ਭਰਿਆ ਕਿ ਪਤਾ ਨਹੀਂ ਲੱਗ ਰਿਹਾ 1 ਮਹੀਨੇ ਤੋਂ ਪਿਤਾ ਜਿੰਦਾ ਹੈ ਕਿ ਨਹੀਂ ਹੈ। ਔਰ ਫਿਰ ਇਸ ਗੱਲ ਨੇ ਕਿ 1984 ਚ ਦੰਗੇ ਹੋਏ ਮਿਸਿਸ ਗਾਂਧੀ ਦੀ ਡੈਥ ਤੋਂ ਬਾਅਦ, ਔਰ ਉਹਦੇ ਵਿੱਚ ਥਾਂ ਥਾਂ ਤੇ ਸਾਡੇ ਸਿੱਖਾਂ ਨੂੰ ਮਾਰਿਆ ਗਿਆ, ਸਾਡੇ ਸਿੱਖਾਂ ਦੀਆਂ ਗਲਾਂ ਵਿੱਚ ਟਾਇਰ ਪਾ ਕੇ ਜਲਾਏ ਗਏ, ਨਿੱਕੇ ਨਿੱਕੇ ਬੱਚਿਆਂ ਨੂੰ ਜਲਾਇਆ ਗਿਆ, ਸਾਡੀਆਂ ਧੀਆਂ ਰੇਪ ਹੋਈਆਂ, ਸਾਡੀਆਂ ਭੈਣਾਂ ਨੂੰ ਤਕਲੀਫ ਹੋਈ। ਔਰ ਇਸ ਸਭ ਕਾਸੇ ਦੇ ਵਿੱਚ ਜਦੋਂ ਸਿੱਖਾਂ ਦੀ ਇੱਜ਼ਤ ਘਟ ਗਈ ਤਾਂ ਮੈਂ ਉਦੋਂ ਤੋਂ ਹੁਣ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਨੇ, ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪਿਛਲੇ ਦਿਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ 550ਵਾਂ ਪ੍ਰਕਾਸ਼ ਉਤਸਵ ਮਨਾਇਆ ਜੀ। ਔਰ ਦੇਸ਼ ਦੇ ਕੋਨੇ-ਕੋਨੇ 'ਚ, ਦੁਨੀਆ ਦੇ ਕੋਨੇ-ਕੋਨੇ 'ਚ ਪਤਾ ਲੱਗਿਆ ਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਪਟਨਾ ਸਾਹਿਬ 'ਚ ਹੋਇਆ। ਪਟਨਾ ਸਾਹਿਬ ਸ਼ਹਿਰ ਦੀ ਇੰਨੀ ਸੁੰਦਰਤਾ ਸੀ ਕਿ ਮੈਂ ਜਾ ਕੇ ਖੁਦ ਦੇਖੀ ਆ ਜੀ। ਪੂਰਾ ਸ਼ਹਿਰ ਸਜਾਇਆ ਹੋਇਆ ਸੀ। ਔਰ 750 ਕਮਰਿਆਂ ਦਾ ਇੱਕ ਵੱਡਾ ਹਸਪੀਟਲ ਦਾ ਉਦਘਾਟਨ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਂ 'ਤੇ, ਜਿਹੜਾ ਕਿ ਕਰੋੜਾਂ ਦੇ ਵਿੱਚ ਖਰਚ ਹੋਇਆ। ਔਰ ਪੰਜਾਬ ਤੋਂ ਰੇਲ ਗੱਡੀਆਂ ਫ੍ਰੀ ਚਲਾਈਆਂ ਗਈਆਂ ਯਾਤਰੂਆਂ ਲਈ, ਸ਼ਰਧਾਲੂਆਂ ਲਈ, ਸਿੱਖ ਸ਼ਰਧਾਲੂਆਂ ਲਈ। ਔਰ ਹੋਰ ਵੀ ਬਹੁਤ ਸਾਰਾ ਕੁਛ ਕੀਤਾ। ਚਲੋ, ਕਹਿਣ ਦਾ ਮਤਲਬ ਇਹ ਹੈ ਕਿ ਤੁਹਾਨੂੰ ਭਾਜਪਾ ਦੀ ਆਈਡੀਓਲੋਜੀ ਤੋਂ ਪ੍ਰਭਾਵਿਤ ਹੋ ਤੁਸੀਂ, ਜਿਹੜੀਆਂ ਤੁਸੀਂ ਗੱਲਾਂ ਦਾ ਜ਼ਿਕਰ ਕੀਤਾ ਉਹਨਾਂ ਕਰਕੇ ਤੁਹਾਨੂੰ ਲੱਗਿਆ ਕਿ ਉਹ ਸਿੱਖ ਧਰਮ, ਸਿੱਖਾਂ ਦੇ, ਪੰਜਾਬੀਆਂ ਦੇ ਹਮਾਇਤੀ ਪਾਰਟੀ ਹੈ। ਹਾਂਜੀ, ਕੋਰੀਡੋਰ ਖੋਲ੍ਹਿਆ ਗਿਆ ਗੁਰੂ ਨਾਨਕ ਦੇਵ ਸਾਹਿਬ ਦੇ ਪ੍ਰਕਾਸ਼ ਉਤਸਵ 'ਤੇ ਕਿ ਜੋ ਸਿੱਖ 72-73 ਸਾਲ ਤੋਂ ਅਸੀਂ ਆਪਦੀ ਅਰਦਾਸ 'ਚ ਰੋਜ਼ ਕਹਿੰਦੇ ਸੀਗੇ, ਔਰ ਉਹ ਪ੍ਰਧਾਨ ਮੰਤਰੀ ਦੀ ਮਰਜ਼ੀ ਨਾਲ ਹੀ ਖੋਲ੍ਹਿਆ ਗਿਆ ਨਾ। ਚਲੋ, ਸਪੈਸ਼ਲ ਪੁਲ ਬਣਾਇਆ। ਮੈਂ ਤੁਹਾਡੀ ਗੱਲ ਚੈਟ ਕਰਦਾ, ਵੱਡੀ ਕਰਦਾ ਕਿ ਤੁਸੀਂ ਇਹਨਾਂ ਗੱਲਾਂ ਤੋਂ ਪ੍ਰਭਾਵਿਤ। ਆਪਾਂ ਸਿਆਸੀ ਗੱਲਾਂ ਵੀ ਕਰਦੇ ਹਾਂ, ਥੋੜਾ ਜਿਹਾ ਆਪਾਂ ਘਰ 'ਤੇ ਚੱਲਦੇ ਹਾਂ, ਕਿਉਂਕਿ ਜੇ ਤੁਹਾਨੂੰ ਘਰਦਿਆਂ ਦੀ ਸਪੋਰਟ ਨਾ ਹੋਵੇ ਤਾਂ ਕਿਤੇ ਨਾ ਕਿਤੇ ਥੋੜੀ ਜਿਹੀ ਦਿੱਕਤ ਆਉਂਦੀ ਹੈ। ਤੁਹਾਡੇ ਜੁਆਇਨ ਕਰਨ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਹਲਚਲ ਉੱਠ ਗਈ ਵੀ ਇੱਕਦਮ ਕਿਵੇਂ ਹੋਇਆ ਕਿ ਜਿਵੇਂ ਕਿ ਤੁਹਾਡੇ ਪਿਤਾ ਜੀ ਰਾਮੂਵਾਲੀਆ ਸਾਹਿਬ ਜਦੋਂ ਪੰਜਾਬ ਤੋਂ ਜਾ ਕੇ ਯੂਪੀ 'ਚ ਮਿਨਿਸਟਰ ਬਣ ਗਏ, ਉਦੋਂ ਵੀ ਚਰਚਾ ਦਾ ਵਿਸ਼ਾ ਬਣੀ ਸੀਗੀ। ਤੇ ਇਸੇ ਤਰ੍ਹਾਂ ਜਦੋਂ ਤੁਸੀਂ ਜੁਆਇਨ ਕੀਤਾ ਇੱਕ ਚਰਚਾ ਦਾ ਵਿਸ਼ਾ ਉੱਠਿਆ। ਉਹਨਾਂ ਨੇ ਔਨ ਰਿਕਾਰਡ ਕੈਮਰੇ 'ਤੇ ਕਿਹਾ ਕਿ ਵੀ ਮੇਰੀ ਬੇਟੀ ਨੇ ਮੇਰੇ ਤੋਂ ਰਾਏ ਨਹੀਂ ਲਈ। ਪਰ ਮੈਂ ਇੱਥੇ ਇੱਕ ਗੱਲ ਹੋਰ ਹੀ ਕਰਾਂ, ਜਿਵੇਂ ਆਪਣੀ ਸਮਾਜ ਦੀਆਂ ਗੱਲਾਂ ਹੁੰਦੀਆਂ ਨੇ ਕਿ ਸਮਾਜ ਵੀ ਜਦੋਂ ਬੇਟੀ ਵਿਆਹੀ ਜਾਂਦੀ ਹੈ ਉਹਦਾ ਘਰ ਸਹੁਰੇ ਘਰ ਬਣ ਜਾਂਦਾ, ਉਹਦੀ ਰਾਏ ਮਸ਼ਵਰਾ ਉੱਥੇ ਹੁੰਦਾ। ਪਰ ਉੱਥੇ ਗੱਲ ਇੱਕ ਹੋਰ ਨਿਕਲ ਕੇ ਆਏਗੀ, ਤੁਹਾਡੇ ਜਿਹੜੇ ਸਹੁਰਾ ਪਰਿਵਾਰ ਆ ਉਹ ਬਿਜ਼ਨਸ ਨਾਲ ਜੁੜਿਆ ਹੋਇਆ, ਸ਼ਾਇਦ ਭਾਜਪਾ ਤੋਂ ਕੋਈ ਲਾਹਾ ਮਿਲਦਾ ਹੋਵੇ, ਤੁਸੀਂ ਪਾਰਟੀ ਇਸ ਕਰਕੇ ਜੁਆਇਨ ਕੀਤੀ। ਅਸੀਂ ਪਹਿਲਾਂ ਮੈਂ ਗੱਲ ਦੱਸਦਾ ਕਿ ਅਸੀਂ ਬਿਜ਼ਨਸ ਬਾਰੇ ਕਿ ਮੇਰੇ ਸਹੁਰਾ ਸਾਹਿਬ ਦਾ ਬਿਜ਼ਨਸ ਸੀ। ਮੇਰੇ ਪਤੀ ਨੇ ਮਾਸਟਰਸ ਡਿਗਰੀ ਕੀਤੀ ਹੈ ਕੈਨੇਡਾ ਤੋਂ। ਅਸੀਂ ਕੈਨੇਡਾ ਬਹੁਤ ਸਾਲ ਮੈਂ ਰਹੀ ਹਾਂ ਔਰ ਅਸੀਂ ਉਸ ਬਿਜ਼ਨਸ ਨੂੰ ਵਧਾਇਆ ਵੀ ਆ। ਅਸੀਂ ਅੰਮ੍ਰਿਤਸਰ ਦੇ ਵਿੱਚ ਜੀ ਸਭ ਤੋਂ ਜ਼ਿਆਦਾ ਅਸੀਂ ਟੈਕਸ ਪੇਅਰ ਫੈਮਿਲੀ ਹਾਂ ਜੀ। ਅਸੀਂ ਪਿਛਲੀ ਵਾਰ ਮੈਂ ਖੁਦ ਅਨਿਲ ਜੋਸ਼ੀ ਜੀ ਜਦੋਂ ਮਿਨਿਸਟਰ ਸਨ, ਉਦੋਂ ਉਹਨਾਂ ਨੂੰ 18 ਲੱਖ ਰੁਪਏ ਦਾ ਟੈਕਸ ਦਾ ਚੈੱਕ ਦੇ ਕੇ ਆਈ ਸੀ ਜੀ। ਔਰ ਜੋਸ਼ੀ ਸਾਹਿਬ ਤਾਂ ਅਕਾਲੀ ਦਲ 'ਚ ਜਾ ਕੋਈ ਗੱਲ ਨਹੀਂ, ਉਹ ਕੋਈ ਗੱਲ ਨਹੀਂ, ਉਹ ਕਰਦੇ ਆਪਾਂ ਗੱਲ। ਚਲੋ, ਉਹਦਾ ਕੋਈ ਗੱਲ। ਅੱਛਾ ਜੀ, ਯਾਨੀ ਕਿ ਤੁਸੀਂ ਕਹਿਣ ਦਾ ਮਤਲਬ ਬਿਜ਼ਨਸ ਜੁੜੇ ਹੋਏ ਹੋ, ਟੈਕਸ ਪੇਅਰ। ਅਸੀਂ ਟੈਕਸ ਪੇਅਰ। ਜੋ ਮੈਂ ਤੇਰੀ ਗੱਲ ਕਲੀਅਰ ਕਰਦਾ ਕਿ ਮੇਰਾ ਘਰ ਆਪਦੇ ਬਿਜ਼ਨਸ ਤੋਂ ਚੱਲਦਾ, ਪੋਲਿਟਿਕਸ ਤੋਂ ਨਹੀਂ ਚੱਲਦਾ। ਪੋਲਿਟਿਕਸ ਮੇਰੇ ਘਰੋਂ ਚੱਲਦੀ ਹੈ, ਹਾਂ ਉਹ ਤਾਂ ਹੈ, ਹੋ ਸਕਦੀ ਹੈ, ਪਰ ਮੈਂ ਪੋਲਿਟਿਕਸ ਦੇ ਸਹਾਰੇ ਨਹੀਂ ਹੈ। ਮੇਰੀ ਰੋਟੀ ਪੋਲਿਟਿਕਸ ਦੇ ਸਹਾਰੇ ਨਹੀਂ ਹੈ, ਬਿਲਕੁਲ ਕਲੀਅਰ ਕਰ। ਦੂਜੀ ਗੱਲ ਕਿ ਇਹ ਗੱਲ ਸਹੀ ਆ ਕਿ ਜਦੋਂ ਧੀਆਂ ਵਿਆਹੀਆਂ ਜਾਂਦੀਆਂ ਕਿਤੇ ਨਾ ਕਿਤੇ ਪੰਛੀ ਵੀ ਆਪਣੇ ਮਾਂ-ਬਾਪ ਤੋਂ ਉੱਡਦੇ ਆ ਜੀ। ਔਰ ਤੁਸੀਂ ਸਮਝ ਲਓ
ਕਿ ਮੈਂ ਆਪਣੇ ਪਤੀ ਨਾਲ ਗੱਲਬਾਤ ਕੀਤੀ ਔਰ ਮੈਂ ਵੱਡੀ ਹੋ ਗਈ ਔਰ ਮੈਂ ਆਪਣੇ ਪਿਤਾ ਦੇ ਪ੍ਰੋਟੈਕਟਿਵ ਖੰਭਾਂ ਚੋਂ ਬਾਹਰ ਨਿਕਲ ਕੇ ਆਪਣੇ ਆਪ ਦਾ ਫੈਸਲਾ ਲਿਆ। ਚਲੋ ਜਾਨੀ ਕਿ ਇਹ ਫੈਸਲਾ ਤੁਸੀਂ ਲਿਆ, ਪਰ ਉਹਨਾਂ ਨੇ ਇੱਕ ਤੁਹਾਡੇ ਤੇ ਅਧਿਕਾਰ ਸਮਝਦੇ ਹੋਏ ਇੱਕ ਗੱਲ ਕਹੀ ਹੈ, ਉਹ ਬੜੇ ਭਾਵੁਕ ਰੌਂਚ ਕਹੀ ਹੈ, ਤੁਹਾਡੇ ਸ਼ਾਇਦ ਮਾਤਾ ਜੀ ਵੀ ਨਾਲ ਬੈਠੇ ਸੀਗੇ, ਵੀ ਉਹਨਾਂ ਜੇ ਜੁਆਇਨ ਕਰਨੀ ਸੀ ਤਾਂ ਅਕਾਲੀ ਦਲ ਸੰਯੁਕਤ ਕਰ ਲੈਂਦੇ, ਉਹਨਾਂ ਦੀ ਆਪਦੀ ਰਾਏ ਸੀਗੀ। ਚਲੋ ਤੇ ਉਹਨਾਂ ਦੀ ਦੂਸਰਾ ਆਪਦੀ ਇਹ ਸੀਗਾ, ਰਾਏ। ਥੋੜੀ ਮੈਂ ਗੱਲ ਐਡ ਕਰ ਦਿਆਂ, ਦੂਸਰਾ ਇਹ ਸੀਗਾ ਕਿ ਹੁਣ ਮੇਰਾ ਨਾਤਾ ਨਹੀਂ ਹੈ ਬੇਟੀ ਨਾਲ, ਇਹ ਗੱਲ ਥੋੜੀ ਜਿਹੀ ਨਾਹਾਂ ਨਾਲੋਂ ਅਟਪਟੀ ਮਾਸ ਲੱਗੀ ਨਹੀਂ ਤੁਹਾਨੂੰ? ਟੁੱਟਦਾ, ਨਾਹਾਂ ਨਾਲੋਂ ਮਾਸ ਨਹੀਂ ਟੁੱਟਦਾ। ਜੱਟ ਜ਼ਿਆਦਾ ਇਮੋਸ਼ਨਲ ਹੋ ਜਾਂਦੇ ਆ ਔਰ ਨਾ ਕੋਈ, ਤੁਸੀਂ ਇਹ ਗੱਲ ਛੱਡੋ, ਆਪਾਂ ਪੰਜਾਬ ਦੀ ਚਲੋ ਗੱਲ ਹੁਣ ਆਪਾਂ ਪੰਜਾਬ 'ਚ ਆ ਜਾਂਦੇ ਹਾਂ। ਹੁਣ ਗੱਲ ਆਈ ਹੈ ਵਿਰੋਧ ਦੀ। ਹੁਣ ਵਿਰੋਧ ਹੈ, ਚਲੋ ਨਿਲ ਜੋਸ਼ੀ ਸਾਹਿਬ ਦੀ ਗੱਲ ਕੀਤੀ, ਉਹਨਾਂ ਨੇ ਵੀ ਇੱਕ ਬੇੜਾ ਚੱਕਿਆ ਸੀ ਕਿ ਭਾਜਪਾ ਦੀ ਜਿਹੜੀ ਇੱਥੇ ਹੀ ਮੈਂ ਅਸ਼ਵਨੀ ਸ਼ਰਮਾ ਜੀ ਨਾਲ ਗੱਲ ਕਰ ਗਿਆ, ਉਹ ਵੀ ਤੁਸੀਂ ਨਿਲ ਜੋਸ਼ੀ ਦੇ ਤਹਿਤ ਹੋਰ ਕਈ ਆਗੂਆਂ ਨੇ ਦੋਸ਼ ਲਾਏ ਸੀ ਭਾਜਪਾ ਦੇ ਕਿ ਜਿਹੜਾ ਕਿਸਾਨਾਂ ਦੇ ਵਿੱਚ ਜਿਹੜੀ ਨੀਤੀ ਹੈ ਉਹ ਭਾਜਪਾ ਪਹੁੰਚਾਉਣ 'ਚ ਸਮਝਾਉਣ 'ਚ ਅਸਮਰੱਥ ਰਹੀ ਹੈ, ਉਹ ਇਸੇ ਕਰਕੇ ਇੰਨਾ ਵਿਰੋਧ ਵੱਧ ਗਿਆ। ਉਹਨਾਂ ਨੇ ਕੁਝ ਦਿਨਾਂ ਦਾ ਟਾਈਮ ਸਮਾਂ ਦਿੱਤਾ ਸੀਗਾ ਭਾਜਪਾ ਨੂੰ ਵੀ ਤੁਸੀਂ ਨਹੀਂ ਤਾਂ ਮੈਂ ਨਿਕਲਾਂਗਾ ਸਮਝਾਉਣ, ਤੁਸੀਂ ਜਾਂ ਇਹਨਾਂ ਦਾ ਕਿਸਾਨਾਂ ਦਾ ਤਾਲਮੇਲ ਬਣਾਓ ਅਤੇ ਇਹਨਾਂ ਦਾ ਆਹ ਅੰਦੋਲਨ ਖਤਮ ਹੋਵੇ, ਉਹ ਆਪਦੇ ਘਰ ਆਉਣ ਅਤੇ ਆਪਾਂ ਅਗਲੀ ਗੱਲ ਸ਼ੁਰੂ ਕਰੀਏ। ਪਰ ਪਾਰਟੀ ਦੀ ਉਹਨਾਂ ਦੀ ਗਤੀਵਿਧੀਆਂ ਤਾਂ ਉਹਨਾਂ ਨੂੰ 6 ਸਾਲ ਹੀ ਬਾਹਰ ਕੱਢ ਦਿੱਤਾ। ਹੁਣ ਯਾਨੀ ਕਿ ਕੱਲ੍ਹ ਦੀ ਚਰਚਾ ਹੈ, ਕੱਲ੍ਹ ਉਹਨਾਂ ਨੇ ਸਿੱਧੇ ਤੌਰ 'ਤੇ ਕਹਿਤਾ ਕਿ ਇੱਕੋ ਹੀ ਪਾਰਟੀ ਬਚੀ ਹੈ ਅਕਾਲੀ ਦਲ 'ਚ ਜਾਣਾ, ਤੁਹਾਡੀ ਪੁਰਾਣੀ ਪਾਰਟੀ ਹੋ ਗਈ, ਉਹਨਾਂ ਦੀ ਨਵੀਂ ਹੋ ਜਾਣੀ ਹੈ। ਹਾਲਾਂਕਿ ਅੰਮ੍ਰਿਤਸਰ ਦੇ ਵਿੱਚ ਹੀ ਉਹਨਾਂ ਦੇ ਅਕਾਲੀ ਵਰਕਰਾਂ ਨੇ ਬਹੁਤ ਵੱਡਾ ਅਟੈਕ ਕੀਤਾ ਸੀਗਾ ਪਿਛਲੇ ਜਦੋਂ ਪਾਰਟੀ ਸੀਗੀ, ਉਦੋਂ ਉਹ ਕਹਿੰਦੇ ਸੀ ਅਕਾਲੀਆਂ ਨਾਲ ਰਹਿਣਾ ਹੀ ਨਹੀਂ ਗਾ ਆਪਾਂ, ਅਤੇ ਹੁਣ ਉਹ ਜਾ ਰਹੇ ਵੱਖਰੀ ਸਿਆਸੀ, ਇਹ ਕਿਤੇ ਨਾ ਕਿਤੇ ਸਿਆਸੀ ਸਮੀਕਰਨ ਜਿਹੜੇ ਬਦਲ ਰਹੇ ਹੈ। ਉੱਥੇ ਉਹਨਾਂ ਦੇ ਗੋਲੀਆਂ ਦੀ ਵਿਸ਼ਾਰ ਹੁੰਦੀ ਸੀ, ਉਹੀ ਜੋਸ਼ੀ ਸਾਹਿਬ ਕਹਿੰਦੇ ਸੀਗੇ ਕਿ ਅਕਾਲੀਆਂ ਨਾਲ ਆਪਾਂ ਭਾਈਵਾਲੀ ਨਹੀਂ ਰੱਖਣੀ, ਹੁਣ ਉਸੇ ਪਾਰਟੀ ਜਾ ਰਹੇ ਆ। ਕਿਤੇ ਸਿਆਸੀ ਸਮੀਕਰਨ ਇਸ ਤਰ੍ਹਾਂ ਦੇ ਕਿ ਕੋਈ ਮੋਹਾਲੀ ਦੀ ਟਿਕਟ ਦੀ ਗੱਲ ਚੱਲ ਰਹੀ ਸੀ ਅਤੇ ਚਰਨਜੀਤ ਸਿੰਘ ਬਰਾੜ ਹੋਰੀ ਲਾ ਦਿੱਤੇ ਨੇ ਹਲਕਾ ਇੰਚਾਰਜ, ਕਿਤੇ ਮਸਲਾ ਤਾਂ ਨਹੀਂ ਟਿਕਟ ਦਾ? ਮੈਨੂੰ ਇਸ ਬਾਰੇ ਕੋਈ ਜ਼ਿਆਦਾ ਗਿਆਨ ਨਹੀਂ ਹੈ ਔਰ ਮੈਂ ਇਸ ਬਾਰੇ ਕੋਈ ਜ਼ਿਆਦਾ ਕਹਿਣਾ ਵੀ ਨਹੀਂ ਚਾਹੁੰਦੀ, ਜਿਸ ਗੱਲ ਬਾਰੇ ਗਿਆਨ ਨਹੀਂ ਹੈ। ਸਮਾਂ ਆਏਗਾ ਤਾਂ ਦੇਖਾਂਗੇ। ਚਲੋ ਠੀਕ ਹੈ। ਯਾਨੀ ਕਿ ਇੱਕ ਇਹ ਵੀ ਚਰਚਾ ਚੱਲ ਰਹੀ ਸੀ ਕਿ ਤੁਹਾਡਾ ਅਕਾਲੀ ਪਾਰਟੀ ਜਿਵੇਂ ਉਹਨਾਂ ਦਾ ਭਾਜਪਾ 'ਚ ਵਿਰੋਧ ਰਿਹਾ ਵੀ ਉਹ ਕਿਤੇ ਨਾ ਕਿਤੇ ਪਾਸੇ ਦਰਕਨਾਰ ਕਰਤਾ ਸੀ ਉਹਨਾਂ ਨੂੰ, ਕਿਉਂਕਿ ਉਹ ਵੀ ਹੁਣ ਚੋਣਾਂ ਸਿਰ 'ਤੇ ਨੇ, ਹਰੇਕ ਸਿਆਸੀ ਲੀਡਰ ਸੋਚਦਾ ਕਿ ਮੈਂ ਲੋਕਾਂ 'ਚ ਕੀ ਲੈ ਕੇ ਜਾਵਾਂਗਾ, ਲੋਕਾਂ 'ਚ ਗੱਲ ਕਿਵੇਂ ਕਰਾਂਗਾ। ਉਹਨਾਂ ਨੇ ਇਸੇ ਕਰਕੇ ਪਾਰਟੀ 'ਚ ਵਿਰੋਧ ਉਠਾਇਆ ਵੀ ਸ਼ਾਇਦ ਫਿਰ ਉਹਨੇ ਆਪਦੀ ਪਾਰਟੀ ਵੀ ਸੋਚ ਕੀਤੀ, ਉਹਨਾਂ ਦੇ ਨਾਲ ਵਾਲੇ ਬੰਦੇ ਨਹੀਂ ਮੰਨੀ, ਅਕਾਲੀ ਦਲ 'ਚ ਆ ਗਏ, ਸ਼ਾਇਦ ਕੱਲ੍ਹ ਜਾਂ ਪਰਸੋਂ ਤੱਕ ਜੁਆਇਨ ਕਰ ਲੈਣ। ਤੁਹਾਡਾ ਵੀ ਇਹੀ ਆ ਰਿਹਾ ਕਿ ਮਾਲੀ ਦੇ ਵਿੱਚ ਚਰਨਜੀਤ ਸਿੰਘ ਬਰਾੜ ਨੂੰ ਲਾ ਦਿੱਤਾ ਗਿਆ ਅਤੇ ਤੁਸੀਂ ਪਾਰਟੀ ਦੇ ਪੁਰਾਣੇ ਆਗੂ ਉੱਥੇ ਕੰਮ ਕਰ ਰਹੇ ਹੋ, ਨਾਲ ਸੀ ਤੁਹਾਨੂੰ ਸੁਖਬੀਰ ਸਾਹਿਬ ਦੇ ਮਿਲਣ ਦਾ, ਅਤੇ ਸ਼ਾਇਦ ਇਸ ਵਿਰੋਧ ਕਰਕੇ ਤੁਸੀਂ ਪਾਰਟੀ ਨਹੀਂ, ਮੇਰਾ ਇਹਦੇ ਨਾਲ ਕੋਈ ਗੱਲ ਨਹੀਂ। ਮੈਂ ਤੁਹਾਨੂੰ ਸ਼ਾਇਦ ਯਾਦ ਕਰਾਦਾ ਕਿ ਮੈਨੂੰ ਸੁਖਬੀਰ ਬਾਦਲ ਜੀ ਨੇ 6 ਸਾਲ ਪਹਿਲਾਂ ਐਕਸਪੈਲ ਕਰਤਾ ਸੀ, ਕਿਉਂਕਿ ਮੇਰੇ ਫਾਦਰ, ਦੇਖੋ ਸੁਖਬੀਰ ਬਾਦਲ ਜੀ ਪੋਲਿਟਿਕਸ ਖੇਡਦੇ ਆ ਬਹੁਤ ਤਕੜੀ। ਅਸੀਂ ਮੋਹਾਲੀ ਵਿੱਚ 26 ਸੀਟਾਂ ਚਾਹੀਦੀਆਂ ਸੀ ਜੀ, ਭਾਜਪਾ ਤੇ ਅਕਾਲੀ ਦਲ ਦੀਆਂ 23 ਸੀਟਾਂ ਮੈਂ ਜਿੱਤ ਕੇ ਦਿੱਤੀਆਂ। ਮੇਰੇ ਫਾਦਰ ਨੂੰ ਬਿਜ਼ੀ ਕਰਤਾ ਦਿੱਲੀ ਗੁਰਦੁਆਰਾ ਚੋਣਾਂ 'ਚ, ਮੈਂ ਇਕੱਲੀ ਰਹਿ ਗਈ। ਉਹਨਾਂ ਨੇ ਸੋਚਿਆ ਕੁੜੀ ਤੋਂ ਹੋਣਾ ਕੁਛ ਨਹੀਂ, ਮੈਂ ਉਹਦੇ ਬਾਵਜੂਦ ਵੀ 23 ਸੀਟਾਂ ਜਿੱਤ ਦਿੱਤੀਆਂ। ਹਾਲਾਂਕਿ ਤੁਹਾਨੂੰ ਸ਼ਾਇਦ ਸਾਡੀ ਦੁਰਦਿਸ਼ਾ ਦਾ ਪਤਾ ਨਹੀਂ ਹੈ ਕਿ ਜਿੱਦਣ ਅਸੀਂ ਟਿਕਟਾਂ ਵੰਡ ਰਹੇ ਸੀਗੇ ਕਿ ਅੱਜ ਆਖਰੀ ਦਿਨ ਆ ਉਹ ਭਰਨ ਦਾ, ਨਾਮਜ਼ਦਗੀਆਂ ਭਰਦੇ, ਮੁੰਡਾ ਸਾਹਮਣੇ ਬੈਠਾ, ਸਾਡੇ ਕੋਲੋਂ 12 ਬੰਦੇ ਭੱਜ ਗਏ। ਅੱਛਾ ਜੀ, ਅਕਾਲੀ ਦਲ 'ਚੋਂ 12 ਬੰਦੇ ਭੱਜ ਗਏ ਜੀ ਕਿ ਅਸੀਂ ਟਿਕਟ ਨਹੀਂ ਫੜਨੀ। ਔਰ ਅਸੀਂ ਉਹਨਾਂ ਟਾਈਮਾਂ ਦੇ ਵਿੱਚ ਕਿਵੇਂ ਇੱਕ ਸੀਟ ਨੂੰ ਭਰਿਆ ਜੀ। ਔਰ ਫਿਰ ਸੁਖਬੀਰ ਬਾਦਲ ਜੀ ਨੇ ਇੱਕ ਹੋਰ ਗੇਮ ਖੇਡੀ ਕਿ ਲੋਕਾਂ ਨੂੰ ਸੁਨੇਹੇ ਲਵਾਤੇ ਛੋਟੇ ਲੀਡਰਾਂ ਨੂੰ ਕਿ ਤੁਸੀਂ JPL ਵਾਲੇ ਦੇ ਕੁਲਵੰਤ ਦਾ ਸਾਥ ਦੇਣਾ ਜੀ, ਤਾਂ ਕੁਲਵੰਤ ਦਾ ਸਾਥ ਦੇਣ ਚਲੇ ਗਏ। ਉਹਦੇ ਬਾਵਜੂਦ ਵੀ ਇੰਨੇ ਵਿਰੋਧ ਦੇ, ਮੈਂ ਕਿਹਾ ਸਾਰੇ ਪੰਜਾਬ ਦੀ ਪੋਲਿਟਿਕਸ ਇੱਕ ਪਾਸੇ ਤੇ ਇਕੱਲੀ ਮੋਹਾਲੀ ਦੀ ਇੱਕ ਪਾਸੇ, ਇੰਨੇ ਵਿਰੋਧ ਦੇ ਬਾਵਜੂਦ ਵੀ ਮੈਂ 23 ਸੀਟਾਂ ਅਸੀਂ ਜਿੱਤ ਕੇ ਦਿੱਤੀਆਂ। ਔਰ ਸਾਡੀ ਸਰਕਾਰ, ਸਾਡਾ ਮੇਅਰ ਬਣਨਾ ਸੀ, 3 ਬੰਦੇ ਜਿਹੜੇ ਸੀਗੇ ਉਹ ਇੰਡੀਪੈਂਡੈਂਟ ਸੀਗੇ, ਅਸੀਂ ਉਹਨਾਂ ਨੂੰ ਲੈ ਕੇ ਆ ਰਹੇ ਸੀ। ਫਿਰ ਉਹਨਾਂ ਨੂੰ ਕਹਿਤਾ ਵੀ ਤੁਸੀਂ ਨਹੀਂ ਜਾਣਾ। ਔਰ ਫਿਰ ਦੇਖੋ ਕੁਲਵੰਤ ਦੀ ਤੇ ਬਲਵੀਰ ਸਿੱਧੂ ਦੀ ਦੋਨਾਂ ਦੀ ਮੇਅਰ ਹੀ ਉਹਨਾਂ ਦਾ ਬਣਾਤਾ, ਕੁਲਵੰਤ ਨੂੰ ਮੇਅਰ ਬਣਾ, ਉਹਨਾਂ ਦੀ ਇੱਕ ਵਾਰੀ ਮਿਊਨਿਸਪੈਲਿਟੀ ਬਣਾਤੀ ਜੀ। ਔਰ ਇੰਨੇ ਬਾਅਦ ਸਰਕਾਰ ਅਕਾਲੀ ਹੋਵੇ, ਅਸੀਂ ਅਕਾਲੀ ਹੋਈਏ, ਅਸੀਂ ਸਿਪਾਹੀ ਖੜੇ ਆ ਕਿਰਪਾਨਾਂ ਲੈ ਕੇ ਲੜਨ ਨੂੰ, ਪਿੱਛੋਂ ਜਿਹੜਾ ਹੁੰਦਾ ਕਰਨਲ ਉਹ ਭੱਜ ਕੇ ਦੁਸ਼ਮਣਾਂ ਨਾਲ ਰਲ ਜੇ ਤਾਂ ਕੀ ਕਰੋਗੇ ਤੁਸੀਂ? ਔਰ ਰਾਮੂਲੀਆ ਸਾਹਿਬ ਛੱਡ ਕੇ ਚਲੇ ਗਏ,
ਉਹਨਾਂ ਨੇ ਸਹੀ ਡਿਸੀਜਨ ਲਿਆ। ਉਦੋਂ ਉਹਨਾਂ ਨੂੰ ਬੜੀ ਤਕਲੀਫ ਹੋਈ, ਪਰ ਮੈਨੂੰ ਕਿਸ ਲਈ ਗੱਲ ਲਈ ਐਕਸਪੈਲ ਕੀਤਾ? ਮੈਂ ਤਾਂ ਆਈ ਵਾਜ਼ ਵਰਕਿੰਗ ਫॉर ਹਿਮ ਜੀ। ਮੈਂ ਤਾਂ ਉਹਨੂੰ ਵੱਡਾ ਭਰਾ ਸਮਝਦੀ ਸੀ, ਅੱਜ ਵੀ ਸਮਝਦੇ ਵੱਡਾ ਭਰਾ। ਉਦੋਂ ਉਹਨਾਂ ਨੂੰ ਚਾਹੀਦਾ ਸੀਗਾ ਕਹਿਣਾ ਕਿ ਭੈਣ ਉਹ ਮਾੜਾ ਕੰਮ ਕੀਤਾ, ਮੈਨੂੰ ਤਾਂ ਟਾਈਮ ਦਿੰਦੇ, ਮੈਨੂੰ ਬੁਲਾਉਂਦੇ, ਮੈਨੂੰ ਪੁੱਛਦੇ ਵੀ ਤੇਰਾ ਕੀ ਇਰਾਦਾ ਬਈ। ਉਹਨਾਂ ਨੇ ਐਕਸਪੈਲ ਕਰਤਾ ਗੁੱਸੇ 'ਚ। ਵੀ ਜਾਨੀ ਕਿਤੇ ਨਾ ਕਿਤੇ ਤੁਹਾਡੀਆਂ ਜਿਹੜੀਆਂ ਸੇਵਾਵਾਂ ਨੂੰ ਨਜ਼ਰਅੰਦਾਜ਼ ਕੀਤਾ ਤੇ ਬੜੇ ਬੁਰੇ ਤਰੀਕੇ ਨਾਲ ਇਹ ਸਾਰਾ ਮਤਲਬ ਕਿ ਜੋ ਪਾਰਟੀ ਖੇਤਰੀ ਪਾਰਟੀ ਆ, ਜਾਂ ਮੈਂ ਕਹਿਦਾ ਕਿ ਸੁਖਬੀਰ ਬਾਦਲ ਜੀ ਨੇ ਇੰਨੇ ਗੁੱਸੇ 'ਚ ਤੇ ਇੰਨੀ ਛੇਤੀ ਇਹਨੂੰ ਫੈਸਲੇ ਨੂੰ ਲਿਆ ਕਿ ਉਹ ਗਲਤ ਫੈਸਲਾ ਸੀ। ਮੈਨੂੰ ਐਕਸਪੈਲ ਨਹੀਂ ਸੀ ਕਰਨਾ ਚਾਹੀਦਾ ਤੇ ਮੈਂ ਉੱਥੇ ਬੈਠੀ ਰਹਿੰਦੀ। ਫਿਰ ਮੈਂ 6 ਸਾਲ ਦਾ ਟਾਈਮ ਲਿਆ ਤੇ ਉਸ ਤੋਂ ਬਾਅਦ ਮੈਂ ਭਾਜਪਾ 'ਚ ਆਈ ਹਾਂ। ਹੁਣ ਕਿਸ ਗੱਲ ਦੀ ਤਕਲੀਫ ਹੈ? ਕੋਈ ਤਕਲੀਫ ਨਹੀਂ ਚਾਹੀਦੀ। ਠੀਕ ਹੈ ਕਿ ਖੈਰ ਮੈਨੂੰ ਲੱਗਦਾ ਦਰਸ਼ਕਾਂ ਨੇ ਜਿਹੜੀ ਗੱਲ ਤੁਸੀਂ ਸਾਂਝੀ ਕੀਤੀ ਹੈ ਇਹ ਆਮ ਪਤਾ ਹੋਣਾ ਚਾਹੀਦਾ ਲੋਕਾਂ ਨੂੰ ਕਿ 6 ਸਾਲ ਆਈ ਵੇਟਡ। ਦਿਸ ਇਜ਼ ਮਾਈ ਸੈਕੰਡ ਪਾਰਟੀ। ਚਲੋ ਮੇਰੇ ਫਾਦਰ ਦੀ ਪਾਰਟੀ ਸੀ ਲੋਕ ਭਲਾਈ ਪਾਰਟੀ, ਉਹਦੇ ਵਿੱਚ ਮੈਂ ਮੈਂਬਰ ਵੀ ਨਹੀਂ ਸਾਂ। ਆਈ ਵਾਜ਼ ਜਸਟ ਵਰਕਿੰਗ ਫॉर ਹਿਮ। ਜੀ ਜੀ। ਮੈਂ ਮੈਂਬਰਸ਼ਿਪ ਵੀ ਨਹੀਂ ਲਈ ਕਿਉਂਕਿ ਉਹਦੇ 'ਚ ਇੱਕ ਗੱਲ ਮੇਰੇ ਪਿਤਾ ਨੇ ਪਹਿਲਾਂ ਕਲੀਅਰ ਕਰਤੀ ਸੀਗੀ ਆਮ ਆਦਮੀ ਪਾਰਟੀ ਵਾਂਗੂ ਕਿ ਫੈਮਿਲੀ ਨੂੰ ਅੱਗੇ ਨਹੀਂ ਦੇਣਾ। ਮੈਂ ਜੋ ਬਣੀ ਆ ਠੀਕ ਹੈ। ਮੇਰੇ ਪਿਤਾ ਨੇ ਮੈਨੂੰ ਬਹੁਤ ਸਿਖਾਇਆ, ਮੈਨੂੰ ਪ੍ਰਿੰਸੀਪਲ ਦਿੱਤੇ ਆ, ਮੈਨੂੰ ਦੇਸ਼ ਭਗਤੀ ਸਿਖਾਈ ਆ। ਔਰ ਪਰ ਜੋ ਵੀ ਮੈਂ ਅੱਜ ਬਣੀ ਆ, ਮੈਂ ਧੱਕੇ ਖਾ ਕੇ ਆਮ ਪਬਲਿਕ ਵਾਂਗੂ, ਔਰ ਵੱਡੇ ਪਿਓ ਦੀ ਧੀ ਜ਼ਰੂਰ ਆ ਪਰ ਮੈਂ ਆਮ ਪਬਲਿਕ ਵਾਂਗੂ ਆਪਦੀ ਇੱਥੇ ਤੱਕ ਪਹੁੰਚੀ। ਯਾਨੀ ਕਿ ਤੁਹਾਡੀਆਂ ਗੱਲਾਂ ਤਸਦੀਕ ਕਰਦੀਆਂ ਨੇ ਕਿ ਅਕਾਲੀ ਦਲ ਨੇ ਤੁਹਾਡੇ ਚ ਸੇਵਾਵਾਂ ਦਾ ਮੁੱਲ ਨਹੀਂ ਪਾਇਆ ਤੇ ਇਸ ਕਰਕੇ ਤੁਹਾਨੂੰ ਇਸ ਤਰ੍ਹਾਂ ਨਜ਼ਰਅੰਦਾਜ਼ ਕੀਤਾ ਵੀ ਜਿਹੜਾ ਬਹੁਤ ਹੀ ਗੁਨਹਗਾਰ ਬੰਦੇ ਨੂੰ ਕੀਤਾ ਜਾਂਦਾ ਹੈ। ਹਾਲਾਂਕਿ ਤੁਹਾਡੀਆਂ ਸੇਵਾਵਾਂ ਨੂੰ ਦੇਖਿਆ ਨਹੀਂ ਗਿਆ। ਤੁਹਾਨੂੰ ਲੱਗਿਆ ਕਿ ਵੀ ਹੁਣ ਫਿਰ ਇਹ ਅਕਾਲੀ ਪਾਰਟੀ ਤੋਂ ਬਦਲ ਲੈਣਾ ਚਾਹੀਦਾ। ਮੈਂ ਇੱਕ ਗੱਲ ਤੁਹਾਡੇ ਨਾਲ ਐਡ ਕਰਦਾ, ਜਦੋਂ ਤੁਹਾਡੇ ਨਾਲ ਇੱਕ ਸ਼ਾਮਲ ਹੋਈ ਸੀ ਗੁਰਪ੍ਰੀਤ ਸਿੰਘ ਸ਼ਾਹਪੁਰ ਹਾਂਜੀ ਦਿੱਲੀ, ਉਹਨਾਂ ਦਾ ਵੀ ਇਹੀ ਸ਼ਿਕਵਾ ਸੀਗਾ, ਕਹਿੰਦੇ ਵੀ ਸਾਨੂੰ ਪੁੱਛਿਆ ਨਹੀਂ ਜਾਂਦਾ ਉੱਥੇ। ਹਾਂ ਉਹਨਾਂ ਦੇ ਉਹ ਵੀ ਇਸ ਤਰ੍ਹਾਂ ਹੀ ਬੋਲੇ ਸੀ ਕਿ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਸੀ। ਯਾਨੀ ਕਿ ਕਿਤੇ ਨਾ ਕਿਤੇ ਪਾਰਟੀ ਇਹ ਨਜ਼ਰਅੰਦਾਜ਼ ਕਰ ਰਹੀਆਂ ਨੇ, ਜਿਹੜੀ ਅਗਵਾਈ ਕਿਤੇ ਨਾ ਕਿਤੇ ਸਵਾਲੀਆ ਚਿਹਰੇ ਚ ਆ ਰਹੀ ਹੈ। ਦੇਖੋ ਜੇ ਮੈਂ ਕਹਿ ਦੇਵਾਂ ਕਿ ਜਿਹੜੀ ਅਕਾਲੀ ਦਲ ਹੈ ਇਹ ਉਹ ਪੁਰਾਣਾ 1920 ਵਾਲਾ ਅਕਾਲੀ ਦਲ ਨਹੀਂ ਰਿਹਾ ਜੀ। ਇਹ 2020 ਦਾ ਅਕਾਲੀ ਦਲ ਬਿਲਕੁਲ ਅੰਦਰੋਂ ਜਿਹੜਾ ਹੈਗਾ ਉਹ ਖੋਖਲਾ ਹੋ ਚੁੱਕਿਆ। ਮੇਰੇ ਨਾਲ ਜਥੇਦਾਰ ਵੀ ਸ਼ਾਮਲ ਹੋਏ ਆ। ਜਦੋਂ ਜਥੇਦਾਰ ਪਾਰਟੀ ਛੱਡ ਕੇ ਜਾਣ ਲੱਗ ਜਾਣ, ਜਥੇਦਾਰ ਇੱਕ ਐਸੇ ਲੋਕ ਆ ਜਿਨ੍ਹਾਂ ਨੇ ਟਕਸਾਲੀ ਅਕਾਲੀ, ਜਿਨ੍ਹਾਂ ਨੇ ਅਕਾਲੀ ਦਲ ਲਈ ਜਾਨਾਂ ਹੀ ਦਿੱਤੀਆਂ, ਕਦੇ ਕੁਛ ਮੰਗਿਆ ਨਹੀਂ ਹੈ। ਉਹਨਾਂ ਨੇ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਆ। ਜਦੋਂ ਉਹ ਛੱਡ ਕੇ ਆ ਰਹੇ ਆ ਤੇ ਉਹ ਬਜ਼ੁਰਗ ਹੋਏ ਵੇ ਤਾਂ ਕਿ ਉਹਨਾਂ ਦੀ ਦੁਰਦਿਸ਼ਾ ਹੋ ਰਹੀ ਹੈ। ਚਲੋ ਹੁਣ ਆਪਾਂ ਪੰਜਾਬ ਦੇ ਮੁੱਦਿਆਂ ਤੇ ਆਉਂਦੇ ਹਾਂ। ਭਾਜਪਾ ਦਾ ਵਿਰੋਧ ਹੈ। ਤੁਸੀਂ ਕਹਿੰਦੇ ਅਸੀਂ ਐਗਰੀਕਲਚਰ ਮਿਨਿਸਟਰ ਦੇ ਕੇਂਦਰ ਮਿਨਿਸਟਰ ਨਾਲ ਗੱਲ ਕਰ ਲਈ। ਤੁਹਾਨੂੰ ਐਗਰੀਕਲਚਰ ਮਿਨਿਸਟਰ ਨਾਲ ਗੱਲਬਾਤ ਤੋਂ ਬਾਅਦ ਕੀ ਲੱਗਿਆ ਕਿ ਇਹ ਸਮਝੌਤਾ ਹੋ ਜਾਊਗਾ? ਦੇਖੋ ਮੈਂ ਕਹਿੰਦੀ ਹਾਂ ਕਿ ਜੇ ਘਰ ਵਿੱਚ ਵੀ ਲੜਾਈ ਹੋ ਜੇ, ਛੋਟਾ ਬੱਚਾ ਵੀ ਲੜ ਪਏ, ਤਾਂ ਮਾਤਾ ਪਿਤਾ ਨੂੰ ਵੀ ਨਰਮ ਹੋਣਾ ਪੈਂਦਾ ਜੀ। ਦੋਨਾਂ ਪਾਸਿਆਂ ਦੀ ਨਰਮੀ ਚੱਲਦੀ ਹੈ। ਆਪਾਂ ਸਿਵਲਾਈਜ਼ਡ ਦੁਨੀਆ 'ਚ ਰਹਿੰਦੇ ਹਾਂ ਜੀ। ਆਪਾਂ ਨੂੰ ਸਿਵਲਾਈਜੇਸ਼ਨ ਦਾ ਜਿਹੜਾ ਰੂਲ ਹੈ ਕਦੇ ਤੋੜਨਾ ਨਹੀਂ ਚਾਹੀਦਾ। ਸਾਨੂੰ ਬਹੁਤ ਸਿਵਲਾਈਜ਼ਡ ਤਰੀਕੇ ਦੇ ਨਾਲ ਟੇਬਲ ਤੇ ਬੈਠ ਕੇ ਗੱਲ ਕਰਨੀ ਚਾਹੀਦੀ ਹੈ। ਆਪਦੀ ਜੋ ਖਾਮੀਆਂ, ਲੈਟ ਮੀ ਫਿਨਿਸ਼, ਜੋ ਖਾਮੀਆਂ ਉਹ ਦੱਸਣੀਆਂ ਚਾਹੀਦੀਆਂ। ਔਰ ਸਰਕਾਰ ਨੂੰ ਅਮੈਂਡਮੈਂਟ ਕਰਨ ਲਈ ਤਿਆਰ ਆ। ਉਹਨਾਂ ਨੇ ਖੁੱਲ੍ਹਾ ਸੱਦਾ ਦਿੱਤਾ ਕਿ ਅਸੀਂ ਜੋ ਵੀ ਖਾਮੀਆਂ ਲੱਗਦੀਆਂ ਉਹ ਠੀਕ ਕਰ ਦਿੰਦੇ ਹਾਂ ਔਰ ਭਰੋਸਾ ਦਿਵਾਉਂਦੇ ਹਾਂ ਕਿ MSP ਨਹੀਂ ਟੁੱਟੂਗੀ। ਔਰ MSP ਜਿਵੇਂ ਪਹਿਲਾਂ ਸੀ ਉਵੇਂ ਸੀ। ਦੇਖੋ ਮੈਂ ਇੱਕ ਗੱਲ ਸਮਝਾ ਦੇਵਾਂ ਕਿ MSP ਲਾ ਕਦੇ ਨਹੀਂ ਸੀ, ਇਹ ਐਵੇਂ ਹੀ ਸੀਗੀ। ਦੋ ਕ੍ਰੌਪਸ ਤੇ ਮਿਲਦੀ ਆ, ਕਣਕ ਤੇ ਚੌਲਾਂ ਤੇ, ਉਹ ਉਵੇਂ ਹੀ ਰਹੂਗੀ। ਬਲਕਿ ਤੁਹਾਨੂੰ ਉਹ ਇਹ ਚਾਹੁੰਦੇ ਆ ਕਿ ਤੁਸੀਂ ਹੋਰ ਸਬਜ਼ੀਆਂ ਫਲ ਫਰੂਟ ਉਗਾਓ ਤੇ ਉਹਨਾਂ ਦੇ ਵਿੱਚ ਵੀ ਤੁਹਾਨੂੰ ਫਾਇਦਾ ਹੋਵੇ। ਅਸਲ ਦੇ ਵਿੱਚ ਮੁੱਖ ਦੀ ਗੱਲ ਕਿ ਭਾਜਪਾ ਦਾ ਇਹ ਇਰਾਦਾ ਹੈ ਕਿ ਕਿਸਾਨਾਂ ਦੀ ਇਨਕਮ ਵਧਾਈ ਜਾਵੇ, ਉਹਨਾਂ ਦੀ ਆਮਦਨ ਵਧਾਈ ਜਾਵੇ। ਹੁਣ ਤੁਸੀਂ ਚਲੋ ਇਨਕਮ ਆਮਦਨ ਇੱਕੋ ਗੱਲ ਹੀ। ਮੇਰਾ ਕਹਿਣ ਦਾ ਮਤਲਬ ਇਹ, ਹੁਣੇ ਤੁਹਾਨੂੰ ਕੀ ਲੱਗਦਾ ਤੁਸੀਂ ਸੰਵਾਦ ਦੀ ਗੱਲ ਕਰਦੇ ਹੋ, ਕਿਸਾਨ ਕਹਿ ਰਹੇ ਨੇ ਸਾਨੂੰ 11 ਵਾਰੀ ਮੀਟਿੰਗ ਨਹੀਂ ਬੁਲਾਇਆ, ਸਾਡੀ ਗੱਲ ਨਹੀਂ ਸੁਣੀ, ਪਾਰਟੀ ਕਹਿ ਰਹੀ ਹੈ ਅਸੀਂ ਸੌਦਾ ਕਰਨ ਨੂੰ ਤਿਆਰ ਹਾਂ, ਇਹ ਫਿਰ ਜਿੱਦ ਕਿਸ ਦੀ ਹੈ? ਹੁਣ ਇਹ ਤਾਂ ਜੀ ਜਿਹੜੇ ਉੱਥੇ ਗਏ ਆ ਤੇ ਉੱਥੇ ਬੈਠੇ ਉਹੀ ਦੱਸ ਸਕਦੇ। ਮੈਂ ਉੱਥੇ ਹਾਂ ਨਹੀਂ ਸੀ। ਤੁਸੀਂ ਪਾਰਟੀ ਵੱਲੋਂ ਦੱਸੋ ਜਿੱਦ ਕਿਹਦੀ ਹੈ? ਪਾਰਟੀ ਦੀ ਜਿੱਦ ਤਾਂ ਨਹੀਂ। ਮੈਂ ਤਾਂ ਇਹ ਕਹਿ ਰਹੀ ਹਾਂ ਕਿ ਦੋਨੇ ਪਾਸੇ ਨਰਮੀ ਹੋਣੀ ਚਾਹੀਦੀ ਹੈ ਕਿਉਂਕਿ ਮੈਂ ਹੁਣੀ ਪਾਰਟੀ 'ਚ ਆਈ ਹਾਂ ਜੀ ਔਰ ਆਈ ਹੈਵ ਟੂ ਸਟੱਡੀ। ਟਾਈਮ ਹੈ ਜੋ ਦੈਟ ਇਜ਼ ਅ ਬਿਗ ਹੀਲਰ ਐਂਡ ਆਈ ਨੀਡ ਅ ਟਾਈਮ ਟੂ ਸਟੱਡੀ ਇਟ। ਮੈਂ ਜਦੋਂ ਪੂਰਾ
ਕਰ ਲਿਆ ਫਿਰ ਮੈਂ ਦੱਸ ਸਕਦੀ ਹਾਂ, ਪਰ ਅੱਜ ਮੈਂ ਨਹੀਂ ਦੱਸ ਚਲੋ ਸਕਦੀ। ਤੁਹਾਡੀ ਗੱਲ ਹੋ ਗਈ, ਜਿਵੇਂ ਤੁਸੀਂ ਕੋਸ਼ਿਸ਼ ਕਰ ਰਹੇ ਹੋ ਮਦਨ ਮੋਹਨ ਮਿੱਤਲ ਜੀ, ਅਸ਼ਵਨੀ ਸ਼ਰਮਾ ਜੀ, ਹਰਜੀਤ ਗਰੇਵਾਲ ਜੀ, ਉਹਨਾਂ ਨੇ ਟਾਕ ਹੀ ਮੇਰੇ ਨਾਲ ਗੱਲ ਕੀਤੀ ਸੀ, ਜਦੋਂ ਸਾਡੇ ਨਾਲ ਗੱਲ ਕੀਤੀ ਉਹ ਕਹਿੰਦੇ ਅਸੀਂ ਪੁਲ ਬਣਾ ਰਹੇ ਹਾਂ ਪਰ ਕਿਸਾਨ ਨਹੀਂ ਕਰ ਰਹੇ। ਤੁਸੀਂ ਇਹੋ ਜਿਹਾ ਕਿਹੜਾ ਬਦਲ ਲੱਭੋਗੇ? ਕਿਸਾਨਾਂ ਨੂੰ ਵੀ ਬਣਾ ਲਓਗੇ, ਪਾਰਟੀ ਨੂੰ ਵੀ ਬਣਾ ਲਓਗੇ? ਮੈਂ ਕੋਸ਼ਿਸ਼ ਕਰੂੰ, ਦੇਖਦੇ ਹਾਂ, ਸਮਾਂ ਦੱਸੂਗਾ। ਲੱਗੇ ਹੋਏ? ਹਾਂ, ਠੀਕ ਹੈ। ਇਮਾਨਦਾਰੀ ਦੀ ਕੋਸ਼ਿਸ਼। ਹਾਂ ਠੀਕ ਹੈ। ਚਲੋ ਤੁਸੀਂ ਘਰ ਤੋਂ ਵੀ ਆ ਕੇ ਸਿਆਸਤ ਦੀ ਵੀ ਗੱਲ ਹੋ ਗਈ, ਆਪਣੇ ਜਿਹੜਾ ਤੁਹਾਡਾ ਮੇਨ ਘਰ ਉਹਨਾਂ ਦਾ ਰਹਿ ਕਰਕੇ ਤੁਸੀਂ ਭਾਜਪਾ ਪਾਰਟੀ 'ਚ ਆਏ ਹੋ। ਤੁਸੀਂ ਇਹੋ ਜਿਹੇ ਮੁੱਦੇ ਕਿਹੜੇ ਲੈ ਕੇ ਜਾਓਗੇ ਪੰਜਾਬ ਦੇ ਵਿੱਚ, ਜਾਂ ਕਿਹੜੇ ਨਵੇਂ ਮੁੱਦਿਆਂ ਦੀ ਗੱਲ ਕਰੋਗੇ ਜਿਹੜੀ ਕਾਂਗਰਸ ਨੇ ਨਹੀਂ ਕੀਤੀ ਜਾਂ ਭਾਜਪਾ ਨੇ ਪਹਿਲਾਂ ਨਹੀਂ ਕੀਤੀ, ਕਿਸਾਨੀ ਮੁੱਦੇ ਤੋਂ ਇਲਾਵਾ? ਦੇਖੋ, ਕਿਸਾਨੀ ਮੁੱਦੇ ਤੋਂ ਇਲਾਵਾ ਛੋਟੇ ਬਿਜ਼ਨਸਮੈਨ, ਜੀ ਕਿਉਂਕਿ ਇੰਡਸਟਰੀ ਪੰਜਾਬ 'ਚੋਂ ਖਤਮ ਹੋ ਰਹੀ ਹੈ। ਜੀ ਜਿੰਨੀ ਇੰਟਰਪਸ਼ਨ ਰਹੂਗੀ ਓਨੀ ਇੰਡਸਟਰੀ ਭੱਜੂਗੀ ਬਾਹਰ ਨੂੰ। ਜੀ ਪੰਜਾਬ ਹੈਗਾ ਬਾਰਡਰ ਏਰੀਆ, ਜੀ ਇਹ ਸਟੇਟ ਆ ਬਾਰਡਰ ਏਰੀਆ ਨੂੰ ਕਹਿੰਦੀ, ਇਹਨੂੰ ਸੇਫ ਤੇ ਪੀਸਫੁਲ ਰਹਿਣਾ ਬਹੁਤ ਜ਼ਰੂਰੀ ਹੈ। ਜੀ ਜੋ ਛੋਟੇ ਛੋਟੇ ਬਿਜ਼ਨਸ ਕਰਦੇ ਆ ਲੋਕਾਂ ਦਾ, ਇੱਕ ਤਾਂ ਕਰੋਨਾ ਕਰਕੇ, ਜੀ ਇੱਕ ਕੁਛ ਡਿਸਟਰਬੈਂਸ ਕਰਕੇ ਜਿਹੜਾ ਧੰਦਾ ਬੰਦ ਹੋਇਆ। ਪਰ ਮੈਂ ਜੋ ਵੀ ਕਰਾਂਗੀ, ਮੈਂ ਪੰਜਾਬੀਆਂ ਦਾ ਭਲਾਈ ਲਈ ਜੀ ਤੇ ਪੰਜਾਬੀਆਂ ਦੇ ਦਿਲ ਜਿੱਤਣ ਲਈ ਆਪਦੀ ਪੂਰੀ ਸਖਤ ਮਿਹਨਤ ਕਰੂੰਗੀ। ਮੈਂ ਪਹਿਲਾਂ ਵੀ ਕੀਤੀ ਹੈ, ਹੁਣ ਵੀ ਕਰੂੰਗੀ। ਫਿਰ ਆਪਾਂ ਇੱਕ ਗੱਲ ਲਾਉਣੇ ਸਿਆਸੀ, ਮੋਹਾਲੀ ਤੋਂ ਚੋਣ ਲੜੋਗੇ? ਸਮਾਂ ਦੱਸੇਗਾ। ਨਹੀਂ, ਪਾਰਟੀ ਮੌਕਾ ਦੇਗੀ। ਇੱਥੇ 117 ਤੇ ਲੜਨਾ, ਪਹਿਲਾਂ 23 ਤੇ ਲੜਦੀ ਸੀ। ਮੈਂ ਤੁਹਾਨੂੰ ਕਿਹਾ ਨਾ, ਇਟਸ ਟੂ ਫਾਰ ਸਟਿਲ, ਹਜੇ ਸਮਾਂ ਹੈ ਬਹੁਤ। ਯਾਨੀ ਤੁਹਾਡੀ ਗੱਲ ਤਸਦੀਕ ਕਰਦੀ ਕਿਤੇ ਨਾ ਕਿਤੇ ਹੋਏਗੀ ਇਹ ਗੱਲ। ਇਹ ਸਨ ਬੀਬੀ ਅਮਨਜੋਤ ਰਾਮੂਵਾਲੀਆ ਜੀ, ਜਿਨ੍ਹਾਂ ਨੇ ਦਬੀ ਆਵਾਜ਼ ਦੇ ਵਿੱਚ ਇੱਕ ਇਸ਼ਾਰਾ ਕੀਤਾ ਕਿ ਪਾਰਟੀ ਜੇ ਮੌਕਾ ਦਿੰਦੀ ਹੈ ਤਾਂ ਉਹ ਮੋਹਾਲੀ ਤੋਂ ਲੜਨਗੇ, ਤੇ ਤਕਰੀਬਨ ਲੱਗ ਵੀ ਰਿਹਾ ਕਿ ਮੋਹਾਲੀ ਤੋਂ ਉਹ ਚੋਣ ਲੜਨਗੇ। ਤੇ ਦੂਸਰੀ ਉਹਨਾਂ ਨੇ ਗੱਲ ਕੀਤੀ ਹੈ ਕਿ ਜਦੋਂ ਸਮਾਜਿਕ ਤੌਰ ਤੇ ਜਿਹੜੀ ਪ੍ਰਮਾਣਤਾ ਹੈ ਆਪਣੇ ਸੱਭਿਆਚਾਰ ਦੇ ਵਿੱਚ, ਜਦੋਂ ਧੀ ਵਿਆਹੀ ਜਾਂਦੀ ਹੈ ਉਹਦੇ ਫੈਸਲੇ ਸਹੁਰੇ ਪਰਿਵਾਰ ਨਾਲ ਹੁੰਦੇ ਨੇ। ਉਹਨਾਂ ਨੇ ਇਹ ਫੈਸਲਾ ਆਪਣੇ ਪਤੀ ਨਾਲ, ਆਪਣੇ ਸਹੁਰੇ ਪਰਿਵਾਰ ਨਾਲ ਮਿਲ ਕੇ ਲਿਆ ਤੇ ਬਹੁਤ ਸਮਝਦਾਰੀ ਨਾਲ ਲਿਆ। ਤੀਸਰੀ ਉਹਨਾਂ ਨੇ ਵੱਡੀ ਗੱਲ ਕੀਤੀ ਹੈ ਕਿ ਜਿਹੜੀ ਅਕਾਲੀ ਦਲ ਪਾਰਟੀ ਦੇ ਵਿੱਚ ਉਹਨਾਂ ਨੇ ਇੰਨੀਆਂ ਸੇਵਾਵਾਂ ਦਿੱਤੀਆਂ, ਉਹਨਾਂ ਨੇ ਉਹਨੂੰ ਐਕਸਪੈਲ ਕਰ ਦਿੱਤਾ, ਉਹਨਾਂ ਦੀਆਂ ਸੇਵਾਵਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਤੇ ਇਸ ਕਰਕੇ 6 ਸਾਲ ਤੋਂ ਬਾਅਦ ਵੀ ਉਹਨਾਂ ਨੇ ਪਾਰਟੀ ਨੂੰ ਪੁੱਛਿਆ, ਪਾਰਟੀ ਨੇ ਉਹਨਾਂ ਨੂੰ ਪੁੱਛਿਆ ਨਹੀਂ। ਇਸ ਕਰਕੇ ਉਹਨਾਂ ਨੂੰ ਇੱਕ ਇਹ ਵੀ ਕਾਰਨ ਸੀਗਾ ਪਾਰਟੀ ਨੂੰ ਛੱਡਣ ਦਾ। ਕਈ ਕਾਰਨ ਨੇ। ਇੱਕ ਉਹਨਾਂ ਨੇ ਵੱਡੀ ਉਮੀਦ ਜਤਾਈ ਹੈ ਕਿ ਉਹ ਸੀਨੀਅਰ ਆਗੂਆਂ ਨੇ ਕੋਸ਼ਿਸ਼ ਚੱਲ ਰਹੀ ਹੈ, ਇਹਨਾਂ ਦੀ ਵੀ ਕੋਸ਼ਿਸ਼ ਨਾਲ ਹੋਏਗੀ ਕਿ ਕਿਸਾਨ ਅੰਦੋਲਨ ਨੂੰ ਜਾਂ ਕਿਸਾਨਾਂ ਦੇ ਅੰਦੋਲਨ ਨੂੰ ਕਿਵੇਂ ਨਾ ਕਿਵੇਂ ਸਹੀ ਤਰੀਕੇ ਨਾਲ ਖਤਮ ਕਰਕੇ ਉਹਨਾਂ ਨੂੰ ਘਰਾਂ 'ਚ ਭੇਜਿਆ ਜਾਵੇ ਤੇ ਉਹਨਾਂ ਦੀਆਂ ਮੰਗਾਂ ਤੇ ਕਾਨੂੰਨ ਨੂੰ ਸੰਵਾਦ ਦੇ ਨਾਲ ਮੁਕਾਇਆ ਜਾਵੇ। ਆਉਣ ਵਾਲੇ ਦਿਨਾਂ 'ਚ ਕੀ ਹੁੰਦਾ ਇਹ ਤਾਂ ਭਵਿੱਖ ਦੱਸੇਗਾ, ਪਰ ਇਹ ਗੱਲ ਤਸਦੀਕ ਹੋ ਗਈ ਹੈ ਕਿ ਬੀਬੀ ਅਮਨਜੋਤ ਕੌਰ ਮੋਹਾਲੀ ਤੋਂ ਚੋਣ ਜ਼ਰੂਰ ਲੜਨਗੇ। ਤੇ ਦੂਸਰੀ ਗੱਲ ਇਹ ਹੈ ਕਿ ਗਾਂ ਕੀ ਹੁੰਦਾ, ਉਹ ਕਿਹੇ ਜਿਹੇ ਮੁੱਦੇ ਲੈ ਕੇ ਜਾਂਦੇ ਨੇ। ਭਾਜਪਾ ਦਾ ਵਿਰੋਧ ਪੂਰੇ ਪੰਜਾਬ ਦੇ ਵਿੱਚ ਆ, ਮੋਹਾਲੀ ਨੂੰ ਕਿਵੇਂ ਸਮੇਟਣਗੇ ਇਹ ਆਉਣ ਵਾਲੇ ਦਿਨਾਂ ਤੋਂ ਪਤਾ ਲੱਗੇਗਾ। ਬਾਕੀ ਉਹਨਾਂ ਦੀ ਨਜ਼ਰ ਬੜੀ ਦੂਰਦਰਸ਼ੀ ਹੈ, ਉਹ ਸਮਝਦੇ ਨੇ। ਹਾਲਾਂਕਿ ਇਹਨਾਂ ਦੇ ਪਰਿਵਾਰ ਵਿੱਚ ਇੱਕ ਗੱਲ ਚਰਚਿਤ ਹੈ ਕਿ ਮੌਸਮ ਵਿਗਿਆਨੀ ਨੇ ਇਹਨਾਂ ਦੇ ਪਿਤਾ ਜੀ ਵੀ ਸਮਝ ਕੇ ਚੱਲਦੇ ਸੀ। ਕੇਂਦਰ ਵਿੱਚ ਰਾਮ ਵਿਲਾਸ ਤੇ ਪੰਜਾਬ ਦੇ ਵਿੱਚ ਬਲਵੰਤ ਸਿੰਘ ਰਾਮੂਵਾਲੀਆ। ਸ਼ਾਇਦ ਇਹਨਾਂ ਨੇ ਵੀ ਕੋਈ ਨੁਕਤਾ ਤਾਂ ਕੋਈ ਜੈਨੇਟਿਕ ਤੌਰ 'ਤੇ ਆਇਆ ਹੀ ਹੁਣ। ਇਹਨਾਂ ਨੇ ਮੋਹਾਲੀ 'ਚ ਕਿਵੇਂ ਦੇਖਦੇ ਆ ਇਹ ਆਉਣ ਵਾਲੇ ਦਿਨਾਂ 'ਚ ਪਤਾ ਚੱਲੇਗਾ। ਤੇ ਅਜਿਹੀਆਂ ਚਰਚਾਵਾਂ ਅਸੀਂ ਦਰਸ਼ਕਾਂ ਨੂੰ ਪੇਸ਼ ਕਰਦੇ ਰਹਿੰਦੇ ਹਾਂ। ਜੇ ਸਾਡੀਆਂ ਚਰਚਾਵਾਂ ਤੇ ਸਾਡੀਆਂ ਕੋਸ਼ਿਸ਼ਾਂ ਦਰਸ਼ਕਾਂ ਨੂੰ ਵਧੀਆ ਲੱਗਦੀਆਂ ਨੇ, ਸਾਡੇ ਪ੍ਰੋਗਰਾਮ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦੇਣ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ, ਤਾਂ ਜੋ ਉਹਨਾਂ ਨੂੰ ਸਾਰੀਆਂ ਸੂਚਨਾਵਾਂ ਪਹਿਲ ਦੇ ਆਧਾਰ ਤੇ ਮਿਲਣ ਤੇ ਲਗਾਤਾਰ ਵੇਖਦੇ ਰਹਿਣ ਸਕਾਈ ਨਿਊਜ਼ ਪੰਜਾਬ।